Good morning everyone. This is Sandeep Kaur, your social science teacher, and today we are going to start our next chapter, that is a chapter from history, lesson number 7, new religious ideas. Okay? And in this chapter we are talking about the 6th century BCE. सिक्स ਸੈਂਚਰੀ BCE ਦੀ ਬੇਟਾ ਆਪਾਂ ਗੱਲ ਕਰ ਰਹੇ ਹਾਂ। ਔਰ 6th ਸੈਂਚਰੀ BCE ਦੇ ਵਿੱਚ ਕੀ ਸੀਗਾ ਕਿ ਉਸ ਟਾਈਮ ਤੇ ਜਿਹੜਾ ਹਿੰਦੂ ਧਰਮ ਸੀਗਾ ਕਾਫੀ ਜ਼ਿਆਦਾ ਰਿਜਿਡਿਟੀ ਆ ਚੁੱਕੀ, ਯਾਨੀ ਕਿ ਬੜਾ ਸਖਤ ਹੋ ਚੁੱਕਾ ਸੀਗਾ ਕਿ ਜਿਹੜਾ ਬ੍ਰਾਹਮਣ ਹੈ ਬ੍ਰਾਹਮਣ ਹੀ ਰਹੇਗਾ, ਜਿਹੜਾ ਸ਼ੂਦਰ ਹੋ ਗਿਆ ਉਹ ਸ਼ੂਦਰ ਹੀ ਰਹੇਗਾ, ਔਰ ਸ਼ੂਦਰ ਮਾੜੇ ਨੇ ਉਹਨਾਂ ਨੂੰ ਕੋਈ ਲਾਗੇ ਨਹੀਂ ਬੈਠਣ ਦਿੰਦਾ, ਕੋਈ ਪਾਣੀ ਨਹੀਂ ਪੀਉਂਦਾ, ਉਹਨਾਂ ਨੂੰ ਆਪਣੇ ਪਿੰਡਾਂ 'ਚ ਨਹੀਂ ਵੜਨ ਦਿੱਤਾ ਜਾਂਦਾ ਹੁੰਦਾ। ਠੀਕ ਹੈ, ਸੋ ਇਵੇਂ ਦੀ ਬੈਡ ਕੰਡੀਸ਼ਨ ਸੀਗੀ ਸ਼ੂਦਰਸ ਦੀ। ਇਹ ਤੋਂ ਇਲਾਵਾ ਬੜੇ ਸਾਰੇ ਐਵੇਂ ਦੇ ਰਿਚੁਅਲ ਸੀਗੇ ਜਿਹੜੇ ਲੋਕਾਂ ਨੂੰ ਕਿਹਾ ਜਾਂਦਾ ਸੀਗਾ ਤੁਹਾਨੂੰ ਇਹ ਪਰਫੋਰਮ ਕਰਨੇ ਹੀ ਪੈਣੇ ਅਗਰ ਤੁਸੀਂ ਰਿਲੀਜੀਅਸ ਹੋਣਾ ਹੈ। ਠੀਕ ਹੈ, ਕਈ ਤਰ੍ਹਾਂ ਦੇ ਜਿਹੜੇ ਸੀਗੇ ਉਹ ਕਹਿ ਸਕਦੇ ਆਪਾਂ ਕਿ ਬੁਰਾਈਆਂ ਜਿਹੜੀਆਂ ਹਿੰਦੂ ਧਰਮ ਵਿੱਚ ਆ ਗਈਆਂ ਹੈਗੀਆਂ। ਔਰ ਇਹਨਾਂ ਸਾਰੇ ਟਾਈਮ ਪੀਰੀਅਡਸ ਦੇ ਵਿੱਚ ਜਿਹੜਾ ਉਹ ਮਹਾਜਨਪਦਸ ਬਣਦੇ ਨੇ, ਵੱਡੇ ਵੱਡੇ ਕਿੰਗਡਮਸ ਬਣਦੇ ਨੇ। ਠੀਕ ਹੈ, ਔਰ ਕਈ ਤਰ੍ਹਾਂ ਦੇ ਪੋਲੀਟੀਕਲ ਜਿਹੜੇ ਹੈਗੇ ਉਹ ਕਨਫਲਿਕਟਸ ਯਾਨੀ ਕਿ ਜਿਹੜੇ ਝਗੜੇ ਆ ਲੜਾਈਆਂ ਉਹ ਹੁੰਦੀਆਂ ਨੇ। ਐਟਮੋਸਫੇਅਰ ਜਿਹੜਾ ਹੈ ਮਿਸਟਰਸਟ ਦਾ ਯਾਨੀ ਕਿ ਅਵਿਸ਼ਵਾਸ ਦਾ ਜਿਹੜਾ ਇੱਕ ਮਾਹੌਲ ਹੈ ਉੱਥੇ ਬਣ ਜਾਂਦਾ। ਠੀਕ ਹੈ, ਔਰ ਲੋਕ ਜਿਹੜੇ ਨੇ ਉਹ ਬਿਲਕੁਲ ਸੈਟਿਸਫਾਈਡ ਨਹੀਂ ਸੀਗੇ ਕਿ ਉਹਨਾਂ ਨੂੰ ਮਤਲਬ ਜਿਹੜੇ ਵੀ ਉਹਨਾਂ ਦੇ ਰਾਜੇ ਸੀਗੇ ਜਾਂ ਲੋਕ ਸੀਗੇ ਕਿ ਸਿਰਫ ਉਹ ਪੈਸਾ ਹੀ ਬਾਰੇ ਸੋਚਦੇ ਪਏ ਨੇ। ਹਰ ਕੋਈ ਸੋਚਦਾ ਪਿਆ ਮੈਂ ਆਪਣਾ ਰਾਜ ਵਧਾ ਲਾਂ, ਆਪਣਾ ਪੈਸਾ ਕਮਾ ਲਾਂ। ਸਾਰੀ ਇਹ ਵਾਲੀ ਕੰਡੀਸ਼ਨ, ਇਹ ਵਾਲਾ ਇਨਵਾਇਰਮੈਂਟ ਜਿਹੜਾ ਹੈਗਾ ਉਸ ਟਾਈਮ 'ਤੇ ਫੈਲਿਆ ਹੋਇਆ ਸੀਗਾ। ਇਸੇ ਇਹਨਾਂ ਸਭ ਚੀਜ਼ਾਂ ਤੋਂ ਡਿਸਸੈਟਿਸਫਾਈਡ ਹੋ ਕੇ ਕੁਛ ਲੋਕ ਸੀਗੇ ਜਿਹੜੇ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਜੰਗਲਾਂ 'ਚ ਜਾ ਕੇ ਭਗਤੀ ਕਰਨੀ ਸ਼ੁਰੂ ਕਰ ਦਿੱਤੀ। ਠੀਕ ਹੈ, ਜਿਹਨਾਂ ਨੂੰ ਆਪਾਂ ਸੰਤ ਵੀ ਕਹਿ ਸਕਦੇ ਹਾਂ। ਸੋ ਇਹਨਾਂ ਵਿੱਚ ਕੁਝ ਸੰਤ ਹੁੰਦੇ ਆ ਜਿਹੜੇ ਉੱਥੇ ਜਾ ਕੇ ਭਗਤੀ ਕਰਨੀ ਜੰਗਲਾਂ ਵਿੱਚ ਜਾ ਕੇ ਸ਼ੁਰੂ ਕਰ ਦਿੰਦੇ ਨੇ। ਔਰ ਉਹਨਾਂ ਨੇ ਆਪਣੇ ਆਈਡੀਆਜ਼ ਦਿੱਤੇ, ਆਪਣੀ ਜਿਹੜੀ ਨੌਲੇਜ ਸੀਗੀ ਨਵੇਂ ਆਈਡੀਆਜ਼ ਕੁਛ ਰਿਲੀਜਨ ਦੇ ਬਾਰੇ ਵਿੱਚ ਉਹਨਾਂ ਨੇ ਦੇਣੇ ਸੀਗੇ ਉਹ ਸ਼ੁਰੂ ਕੀਤੇ। ਇਹਦੇ ਨਾਲ ਹੀ ਇਹਨਾਂ ਸਾਰੇ ਨਿਊ ਜਿਹੜੇ ਰਿਲੀਜੀਅਸ ਆਈਡੀਆਜ਼ ਸੀਗੇ ਉਹਨਾਂ ਤੋਂ ਹੀ ਕਈ ਨਵੇਂ ਧਰਮ ਜਿਹੜੇ ਸੀਗੇ ਉਹ ਬਾਅਦ ਵਿੱਚ ਬਣਦੇ ਆ, ਜਿਵੇਂ ਕਿ ਬੁੱਧਿਸਟ ਔਰ ਜੈਨ ਜਿਹੜੇ ਧਰਮ ਸੀਗੇ ਬਣਦੇ ਆ। ਔਰ ਇਹ ਜਿਹੜੇ ਸੰਤ ਜਿਹੜੇ ਕਿ ਜੰਗਲਾਂ ਵਿੱਚ ਜਾ ਕੇ ਅਤੇ ਉੱਥੇ ਭਗਤੀ ਕਰਨ ਲੱਗ ਪਏ ਸੀਗੇ ਉਹਨਾਂ ਨੇ ਕੁਛ ਬੁੱਕਸ ਵਗੈਰਾ ਲਿਖਣੀਆਂ ਸ਼ੁਰੂ ਕਰ ਦਿੱਤੀਆਂ, ਜਿਨ੍ਹਾਂ ਵਿੱਚ ਹਿੰਦੂ ਧਰਮ ਦੀ ਜਿਹੜੀਆਂ ਕਿਤਾਬਾਂ ਨੇ ਜਿਹੜੇ ਜੰਗਲਾਂ ਵਿੱਚ ਰਹਿਣ ਵਾਲੇ ਸੰਤਾਂ ਨੇ ਲਿਖੀਆਂ ਉਹਨਾਂ ਨੂੰ ਉਪਨਿਸ਼ਦਸ ਕਹਿ ਦਿੰਦੇ ਆ। ਔਰ ਇਹਦੇ ਤੋਂ ਇਲਾਵਾ ਬੁੱਧ ਔਰ ਜੈਨ ਧਰਮ ਨਾਲ ਰਿਲੇਟਡ ਜਿਹੜੇ ਟੈਕਸਟ ਨੇ ਉਹਨਾਂ ਨੂੰ ਉਹਨਾਂ ਦੇ ਰਿਲੀਜੀਅਸ ਟੈਕਸਟ ਕਹਿ ਦਿੰਦੇ ਆ। ਠੀਕ ਹੈ, ਫਸਟ ਆਫ ਆਲ ਉਪਨਿਸ਼ਦਸ ਦਾ ਬੇਟਾ ਜਿਹੜਾ ਲਿਟਰਲ ਮੀਨਿੰਗ ਹੈ ਦੈਟ ਇਜ਼ ਇਨ ਦ ਫੀਟ। ਠੀਕ ਹੈ, ਸਿਟ ਇਨ ਦ ਫੀਟ। ਠੀਕ ਹੈ, ਸੋ ਕਿੱਥੇ ਬੈਠਣਾ ਹੈ, ਬਿਲਕੁਲ ਗੁਰੂ ਦੇ ਪੈਰਾਂ ਦੇ ਵਿੱਚ ਬੈਠ ਕੇ ਜਿਹੜੀ ਆ ਉਹ ਐਜੂਕੇਸ਼ਨ ਲੈਣੀ ਹੈ, ਯਾਨੀ ਕਿ ਜਿੱਦਾਂ ਗੁਰੂ ਕਰੇਗਾ ਉਸ ਤਰ੍ਹਾਂ ਕਰਨਾ ਹੈ। ਔਰ ਬਿਲਕੁਲ ਉਹਦੇ ਅਧੀਨ ਰਹਿ ਕੇ ਗੁਰੂ ਦੇ ਚਰਨਾਂ 'ਚ ਬੈਠ ਕੇ ਬਿਲਕੁਲ ਜਿਹੜਾ ਹੈਗਾ ਉਹ ਐਜੂਕੇਸ਼ਨ ਲੈਣੀ ਹੈ। ਇਹ ਲਿਟਰਲ ਮੀਨਿੰਗ ਹੈ ਉਪਨਿਸ਼ਦ ਦਾ। ਠੀਕ ਹੈ, ਔਰ ਉਪਨਿਸ਼ਦ ਕੀ ਨੇ, ਇਹ ਬੁੱਕਸ ਨੇ ਜਿਹੜੇ ਜੰਗਲਾਂ ਵਿੱਚ ਰਹਿਣ ਵਾਲੇ ਲੋਕਾਂ ਨੇ ਜਿਹੜੇ ਉਸ ਟਾਈਮ ਸੰਤ ਭਗਤ ਸੀਗੇ। ਠੀਕ ਹੈ, ਜਿਹੜੇ ਜਾ ਕੇ ਭਗਤੀ ਕਰਦੇ ਸੀ, ਜਿਨ੍ਹਾਂ ਨੇ ਕੁਛ ਨਵਾਂ ਸੋਚਿਆ, ਕੁਛ ਨਵਾਂ ਸੋਚਿਆ ਸਮਝਿਆ ਅਪਣਾਇਆ, ਉਹਨਾਂ ਨੇ ਆਪਣੇ ਜਿਹੜੇ ਵਿਊ ਸੀਗੇ ਉਹ ਉਪਨਿਸ਼ਦ ਵਿੱਚ ਲਿਖ ਦਿੱਤੇ, ਕੁਛ ਬੁੱਕਸ 'ਚ ਲਿਖ ਦਿੱਤੇ, ਉਹਨਾਂ ਨੂੰ ਆਪਾਂ ਉਪਨਿਸ਼ਦ ਕਹਿ ਦਿੰਦੇ ਹਾਂ। ਠੀਕ ਹੈ, ਇਹਨਾਂ ਦੀ ਕੁੱਲ ਗਿਣਤੀ ਕਿੰਨੀ ਹੈ, 108 ਨੇ। ਠੀਕ ਹੈ, ਔਰ ਉਪਨਿਸ਼ਦ ਜਿਹੜੇ ਨੇ ਉਹਨਾਂ ਵਿੱਚ ਮੇਨਲੀ ਕੀ ਕੰਟੇਨ ਕਰਦਾ ਹੈ, ਉਹਨਾਂ ਵਿੱਚ ਹਿੰਦੂ ਫਿਲੋਸਫੀ ਹੈ, ਯਾਨੀ ਕਿ ਕਿਉਂਕਿ ਉਹ ਰਿਚੁਅਲਸ ਜਿਹੜੇ ਕਿ ਪਰਫੋਰਮ ਕੀਤੇ ਜਾ ਰਹੇ ਹੈਗੇ, ਜਿਹੜੀਆਂ ਬਲੀਆਂ ਦਿੱਤੀਆਂ ਜਾਂਦੀਆਂ ਹੈਗੇ, ਕਈ ਯੱਗ ਕੀਤੇ ਜਾਂਦੇ ਉਹਨਾਂ ਨੂੰ ਨਹੀਂ ਹੀ ਮੰਨਦੇ। ਠੀਕ ਹੈ, ਔਰ ਨਾ ਹੀ ਕਿਸੇ ਦੇਵੀ ਦੇਵਤਾ ਨੂੰ ਜ਼ਿਆਦਾ ਉਹ ਮੰਨਦੇ ਸੀਗੇ, ਉਹ ਸਿਰਫ ਕਿਹਨੂੰ ਮੰਨਦੇ ਸੀਗੇ, ਉਹਨਾਂ ਦੇ ਅਕੋਰਡਿੰਗ ਇੱਕ ਹੀ ਅਲਟੀਮੇਟ ਪਾਵਰ ਹੈ ਦੈਟ ਇਜ਼ ਬ੍ਰਹਮਾ। ਠੀਕ ਹੈ, ਬ੍ਰਹਮਾ ਕੌਣ ਹੈ, ਇੱਕ ਸਾਰਿਆਂ ਦੇ ਉੱਪਰ ਇੱਕ ਸੁਪਰੀਮ ਪਾਵਰ ਹੈ ਜਿਹਦੀ ਕਿ ਆਪਾਂ ਸਭ ਪਾਰਟਸ ਆ। ਜਿਹੜੀ ਆਪਣੀ ਸੋਲ ਹੈ, ਜਿਹੜੀ ਆਪਣੀ ਆਤਮਾ ਹੈ ਦੈਟ ਇਜ਼ ਦਾ ਪਾਰਟ ਆਫ ਆ ਯੂਨੀਵਰਸ ਸੋਲ, ਦੈਟਸ ਨੇਮ ਇਜ਼ ਬ੍ਰਹਮਾ। ਉਹਨਾਂ ਦੇ ਸਾਰੇ ਇੱਕ ਵੱਡੀ ਇੱਕ ਸ਼ਕਤੀ ਹੈ ਜਿਹਦਾ ਨਾਮ ਕੀ ਹੈ, ਬ੍ਰਹਮਾ ਹੈ। ਔਰ ਆਪਾਂ ਸਾਰੇ ਕੀ ਆ, ਉਹਦੇ ਸਭ ਪਾਰਟਸ ਆ। ਇਸ ਤਰੀਕੇ ਨਾਲ ਜਿਹੜੇ ਵੈਦਿਕ ਬਲੀਫ ਸੀਗੇ ਕਿ ਇੱਕ ਪਰਸਨ ਜਿਹੜਾ ਹੈ ਉਹਦੇ ਵਿੱਚ ਇੱਕ ਆਤਮਾ ਹੈ, ਔਰ ਉਹਦੇ ਜਿਹੜੀ ਆਤਮਾ ਹੈ ਜਦੋਂ ਉਹ ਮਤਲਬ ਇੱਕਦਮ ਉਹਦੀ ਮੌਤ ਹੋ ਜਾਂਦੀ ਹੈ ਦੈਨ ਉਹਦੀ ਜਿਹੜੀ ਆਤਮਾ ਹੈ ਇੱਕ ਦੂਜੇ ਕਿਸੇ ਜਿਹੜਾ ਲਿਵਿੰਗ ਫਾਰਮ ਵਿੱਚ ਕਨਵਰਟ ਹੋ ਜਾਂਦੀ ਹੈ। ਯਾਨੀ ਕਿ ਜਿਵੇਂ ਬੰਦੇ ਤੋਂ ਕੋਈ ਮਨੁੱਖ ਮਰਿਆ ਹੈ ਦੈਨ ਉਹ ਕੋਈ ਜਾਨਵਰ ਬਣ ਜਾਂਦਾ ਹੈ, ਜਾਨਵਰ ਤੋਂ ਕੋਈ ਪੰਛੀ ਬਣ ਜਾਂਦਾ ਹੈ, ਪੰਛੀ ਤੋਂ ਕੋਈ ਹੋਰ ਕੁਛ ਬਣ ਜਾਂਦਾ ਹੈ, ਫਿਰ ਮਨੁੱਖ ਬਣ ਜਾਂਦਾ ਹੈ। ਸੋ ਐਵੇਂ ਦਾ ਜਿਹੜਾ ਕੰਸੈਪਟ ਸੀਗਾ ਉਹ ਚਲਾਇਆ ਜਾਂਦਾ ਹੈਗਾ ਕਿ ਜਿਹੜੀ ਆਪਣੀ ਆਤਮਾ ਹੈ ਉਹ ਕਦੀ ਨਹੀਂ ਮਰਦੀ, ਔਰ ਇੱਕ ਸਾਈਕਲ ਹੈ। ਠੀਕ ਹੈ, ਉਹਦੇ ਵਿੱਚ ਕੰਟੀਨਿਊਸਲੀ ਉਹ ਜੰਮਣ ਮਰਨ ਦੇ ਚੱਕਰ ਦੇ ਵਿੱਚ ਹਮੇਸ਼ਾ ਚੱਲਦੀ ਰਹਿੰਦੀ ਹੈ। ਠੀਕ ਹੈ,
और उपनिषद ਜਿਹੜੇ ਨੇ ਉਹਨਾਂ ਨੇ ਕੀ ਕਿਹਾ ਕਿ ਉਪਨਿਸ਼ਦ ਦੇ ਅਨੁਸਾਰ ਹੈ ਕਿ ਆਪਣੀ ਆਤਮਾ ਜਿਹੜੀ ਹੈ ਆਪਣੀ ਸੋਲ ਜਿਹੜੀ ਹੈ ਉਹ ਦੈਟ ਕੈਨ ਅਟੇਨ ਮੋਕਸ਼ਾ। ਮੋਕਸ਼ਾ ਮਤਲਬ ਮੁਕਤੀ ਪਾ ਸਕਦੀ ਹੈ। ਕਿੱਥੋਂ ਮੁਕਤੀ ਪਾਉਣੀ ਹੈ? ਜਨਮ ਮਰਨ ਦੇ ਚੱਕਰ ਤੋਂ। ਸੋ ਜਿਹੜੇ ਉਪਨਿਸ਼ਦ ਸੀਗੇ ਉਹਨਾਂ ਨੇ ਕੀ ਕਿਹਾ ਕਿ ਜਿਹੜਾ ਆਪਣੀ ਆਤਮਾ ਹੈ ਉਹ ਇਹ ਮੋਕਸ਼ ਪ੍ਰਾਪਤ ਕਰ ਸਕਦੀ ਹੈ, ਜਨਮ ਮਰਨ ਦੇ ਚੱਕਰ ਤੋਂ ਜਿਹੜਾ ਹੈ ਉਹ ਬਿਲਕੁਲ ਬਾਹਰ ਹੋ ਸਕਦੀ ਹੈ, ਨਿਕਲ ਸਕਦੀ ਹੈ। ਠੀਕ ਹੈ। सो नैक्सट है बेटा हाँ जी नैक्सट है कि हुण बाहर किवें निकलेगी अपनी आत्मा जिहड़ी है जन्म मरण दे चक्कर तो बाहर किवें निकलेगी जदों उहनूं बिल्कुल ब्रह्मा का ज्ञान हो जाएगा और ब्रह्मा दे नालों मिल जाएगी दैन वो जिहड़ी है जन्म मरण दे चक्कर तो बाहर निकल सकती है। ठीक है। सो इस तरीके नाल बेटा एक जिहड़ी स्टोरी है वो दित्ती गई है नीचे कि ਸ਼ਵੇਤਾ ਕੇਤੂ ਜਿਹੜਾ ਹੈ ਇੱਕ ਲੜਕਾ ਹੈ ਔਰ ਉਹ ਆਪਣੇ ਫਾਦਰ ਦੇ ਨਾਲ ਉਹਦੇ ਕੁਝ ਡਾਇਲੌਗਸ ਹੋ ਰਹੇ ਨੇ ਇੱਕ ਉਪਨਿਸ਼ਦ ਦੇ ਵਿੱਚ ਲਿਖੇ ਹੋਏ ਨੇ। ਦੇਖੋ ਉਹਦੇ ਫਾਦਰ ਕੀ ਕਹਿੰਦੇ ਨੇ ਕਿ ਉਹ ਬਨਿਆਨ ਕੀ ਹੁੰਦਾ ਜਿਹਨੂੰ ਆਪਾਂ ਬੋਰਡ ਕਹਿ ਦਿੰਦੇ ਹਾਂ। ਠੀਕ ਹੈ। ਬਨਿਆਨ ਦਾ ਟਰੀ ਹੈ ਉਹਦਾ ਇੱਕ ਫਰੂਟ ਯਾਨੀ ਕਿ ਜਿਹਨੂੰ ਆਪਾਂ ਬੋਰਡ ਦੀਆਂ ਗੋਲਾਂ ਕਹਿ ਦਿੰਦੇ ਪੰਜਾਬੀ ਦੇ ਵਿੱਚ। ਠੀਕ ਹੈ। ਸੋ ਉਹਦਾ ਇੱਕ ਫਰੂਟ ਜਿਹੜਾ ਹੈ ਉਹ ਆਪਣੇ ਬੇਟੇ ਨੂੰ ਕਹਿੰਦਾ ਹੈ ਕਿ ਲੈ ਕੇ ਆ ਔਰ ਲੈ ਕੇ ਆਉਂਦਾ ਹੈ ਔਰ ਉਸ ਤੋਂ ਬਾਅਦ ਉਹਨੂੰ ਉਸ ਫਰੂਟ ਨੂੰ ਤੋੜਨ ਲਈ ਕਹਿੰਦਾ ਹੈ ਔਰ ਦੇਖਦੇ ਵਿੱਚ ਕੀ ਹੁੰਦਾ ਹੈ ਛੋਟੇ ਛੋਟੇ ਸੀਡਸ ਹੁੰਦੇ ਨੇ, ਛੋਟੇ ਛੋਟੇ ਬੀਜ ਹੁੰਦੇ ਨੇ ਉਹਦੇ ਵਿੱਚ। ਠੀਕ ਹੈ। ਉਹਦੇ ਫਾਦਰ ਉਹਨਾਂ ਨੂੰ ਉਸ ਲੜਕੇ ਨੂੰ ਉਹ ਛੋਟੇ ਬੀਜਾਂ ਵਿੱਚੋਂ ਇੱਕ ਬੀਜ ਨੂੰ ਤੋੜਨ ਲਈ ਕਹਿੰਦੇ ਨੇ। ਤੈਨੂੰ ਕਹਿੰਦੇ ਕਿ ਇਹਦੇ ਵਿੱਚੋਂ ਕੀ ਨਿਕਲਿਆ? ਉਹ ਕਹਿੰਦਾ ਇਹਦੇ ਵਿੱਚੋਂ ਕੁਛ ਨਹੀਂ ਨਿਕਲਿਆ। ਠੀਕ ਹੈ। ਕੁਛ ਵੀ ਨਹੀਂ ਹੈ। ਠੀਕ ਹੈ। ਕਿਉਂਕਿ ਬੀਜ ਬਹੁਤ ਜ਼ਿਆਦਾ ਛੋਟਾ ਸੀਗਾ। ਸੋ ਉਹਦੇ ਫਾਦਰ ਕੀ ਕਹਿੰਦੇ ਆ ਕਿ ਨਹੀਂ ਇਹ ਇੱਕ ਤਰੀਕੇ ਦੇ ਨਾਲ ਇਹ ਵਾਲਾ ਬੀਜ ਜਿਹੜਾ ਹੈ ਆਪਣੇ ਆਪ ਵਿੱਚ ਇੱਕ ਬੋਰਡ ਨੂੰ ਸਮਾਈ ਬੈਠਾ ਹੈ, ਇੱਕ ਬਨਿਆਨ ਟਰੀ ਨੂੰ ਸਮਾਈ ਬੈਠਾ ਹੈ। ਕਿਵੇਂ ਸਮਾਈ ਬੈਠਾ ਹੈ? ਕਿਉਂਕਿ ਉਸੇ ਇੱਕ ਛੋਟੇ ਜਿਹੇ ਸੀਡ ਨੂੰ ਅਗਰ ਆਪਾਂ ਜਿਹੜਾ ਹੈ ਉਹ ਫਿਰ ਤੋਂ ਮਿੱਟੀ 'ਚ ਲਗਾ ਦਿੰਦੇ ਹਾਂ ਦੈਨ ਉਹ ਤੋਂ ਕੀ ਬਣ ਜਾਏਗਾ? ਇੱਕ ਬਨਿਆਨ ਦਾ ਟਰੀ ਬਣ ਜਾਏਗਾ ਫਿਰ ਤੋਂ। ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਜਿਵੇਂ ਉਹ ਇੱਕ ਛੋਟਾ ਜਿਹਾ ਬੀਜ ਜਿਹੜਾ ਹੈ ਆਪਣੇ ਵਿੱਚ ਇੱਕ ਵੱਡਾ ਸਾਰਾ ਬਨਿਆਨ ਦਾ ਟਰੀ ਲੁਕਾਈ ਬੈਠਾ ਹੈ, ਸਮਾਈ ਬੈਠਾ ਹੈ, ਇਸੇ ਤਰੀਕੇ ਨਾਲ ਜਿਹੜਾ ਹਿਊਮਨ ਬੀਇੰਗ ਹੈ ਉਹ ਕੀ ਹੈ? ਉਹ ਵੀ ਇੱਕ ਜਿਹੜਾ ਵਿਸ਼ਾਲ ਬ੍ਰਹਮਾ ਹੈ, ਬ੍ਰਹਮਾ ਦਾ ਇੱਕ ਛੋਟਾ ਜਿਹਾ ਪਾਰਟ ਹੈ। ਜਿਵੇਂ ਉਹ ਉਹਦੇ ਫਰੂਟ ਚੋਂ ਨਿਕਲਿਆ ਇੱਕ ਟਿਨੀ ਸੀਡ ਹੈ, ਇਸੇ ਤਰੀਕੇ ਨਾਲ ਇੱਕ ਟਿਨੀ ਪਾਰਟ ਆਫ ਬ੍ਰਹਮਾ ਇਜ਼ ਦਾ ਹਿਊਮਨ ਬੀਇੰਗ। ਠੀਕ ਹੈ। ਔਰ ਜਿਹੜਾ ਆਪਣਾ ਸੈਲਫ ਹੈ ਜਦੋਂ ਜੋ ਆਪਣਾ ਆਪ ਹੈ, ਠੀਕ ਹੈ, ਇਹ ਜਿਹੜਾ ਨੇ ਇਹ ਪਰਮਾਤਮਾ ਦਾ ਜਾਂ ਬ੍ਰਹਮਾ ਦਾ ਇੱਕ ਪਾਰਟ ਹੈ। ਠੀਕ ਹੈ। ਨੈਕਸਟ ਹੈ ਬੇਟਾ ਕਿ ਜਿਹੜੇ ਬ੍ਰਾਹਮਣ ਸੀਗੇ ਉਹ ਕਈ ਤਰ੍ਹਾਂ ਦੀਆਂ ਜਿਹੜੀਆਂ ਡਿਸਕਸ਼ਨਸ ਕਰਦੇ ਸੀਗੇ ਉਹ ਆਪਸ ਵਿੱਚ ਕਈ ਪਰਮਾਤਮਾ ਨੂੰ ਲੈ ਕੇ ਜਨਮ ਮਰਨ ਨੂੰ ਲੈ ਕੇ ਫਿਲੋਸਫੀਕਲ ਜਿਹੜੀਆਂ ਡਿਸਕਸ਼ਨਸ ਹੁੰਦੀਆਂ ਹੈਗੀਆਂ। ਬਟ ਇਹਨਾਂ ਵਿੱਚ ਜਿਹੜੀਆਂ ਵੂਮਨ ਸੀਗੀਆਂ ਔਰ ਜਿਹੜੇ ਲੋਅਰ ਕਾਸਟ ਲੋਕ ਸੀਗੇ ਚਾਹੇ ਉਹ ਮੇਲ ਸੀਗੇ ਉਹਨਾਂ ਨੂੰ ਪਾਰਟੀਸਪੇਟ ਕਰਨ ਦੀ ਆਗਿਆ ਨਹੀਂ ਹੀ ਹੁੰਦੀ। ਠੀਕ ਹੈ। ਬਟ ਕੁਛ ਥਾਵਾਂ 'ਤੇ ਇਹਦੀ ਐਕਸੈਪਸ਼ਨਸ ਮਿਲਦੀਆਂ ਨੇ ਯਾਨੀ ਕਿ ਕੁਝ ਲੋਕ ਐਵੇਂ ਦੇ ਜਿਨ੍ਹਾਂ ਨੂੰ ਇੱਥੋਂ ਛੋਟ ਮਿਲੀ ਜਾਂ ਉਹਨਾਂ ਨੇ ਲੋਅਰ ਕਾਸਟ ਹੁੰਦੇ ਹੋਏ ਜਾਂ ਇੱਕ ਔਰਤ ਹੁੰਦੇ ਵੀ ਇਹਨਾਂ ਦੇ ਵਿੱਚ ਜਿਹੜਾ ਹੈਗਾ ਡਿਸਕਸ਼ਨਸ ਦੇ ਵਿੱਚ ਜਿਹੜਾ ਹੈਗਾ ਉਹ ਪਾਰਟੀਸਪੇਟ ਕੀਤਾ। ਜਿਵੇਂ ਇੱਥੇ ਦੇਖੋ ਦੱਸਿਆ ਹੈ ਕਿ ਗਾਰਗੀ ਇੱਕ ਇੰਟੈਲੀਜੈਂਟ ਵੂਮਨ ਸੀਗੀ ਜਿਹੜੀ ਕਿ ਇਹਨਾਂ ਸਾਰੀਆਂ ਜਿਹੜੀਆਂ ਡਿਸਕਸ਼ਨਸ ਸੀਗੀਆਂ ਉਹਨਾਂ ਵਿੱਚ ਉਹਨੇ ਪਾਰਟੀਸਪੇਟ ਕੀਤਾ। ਇਸੇ ਤਰੀਕੇ ਦੇ ਨਾਲ ਇੱਕ ਉਪਨਿਸ਼ਦ ਦੇ ਵਿੱਚ ਸਤਿਆਕਾਮਾ ਜਬਲਾ ਦਾ ਇੱਕ ਕੰਟੈਕਸਟ ਮਿਲਦਾ ਹੈ, ਆਪਾਂ ਨੂੰ ਰੈਫਰੈਂਸ ਮਿਲਦਾ ਹੈ। ਉਹਦੇ ਵਿੱਚ ਜਿਹੜਾ ਸਤਿਆਕਾਮਾ ਹੈ ਉਹ ਬੱਚੇ ਦਾ ਨਾਮ ਹੈ, ਲੜਕੇ ਦਾ ਨਾਮ ਹੈ ਔਰ ਜਬਲਾ ਜਿਹੜੀ ਹੈ ਉਹ ਕੌਣ ਹੈ? ਉਹਦੀ ਮਾਤਾ ਹੈ। ਠੀਕ ਹੈ। ਸੋ ਸਤਿਆਕਾਮਾ ਜਬਲਾ ਜਿਹੜਾ ਹੈ ਉਹ ਕਾਫੀ ਵੱਡਾ ਥਿੰਕਰ ਹੋਇਆ ਹੈ, ਫਿਲੋਸਫਰ ਹੋਇਆ ਹੈ ਔਰ ਉਹ ਇੱਕ ਲੋਅਰ ਕਾਸਟ ਜਿਹੜੀ ਵੂਮਨ ਹੈਗੀ ਜਬਲਾ ਉਹਦਾ ਬੇਟਾ ਹੈਗਾ। ਠੀਕ ਹੈ। ਲੋਅਰ ਕਾਸਟ ਹੁੰਦਾ ਕਰਕੇ ਉਹਨੂੰ ਮਤਲਬ ਉਹਨੂੰ ਇਹ ਰਾਈਟ ਨਹੀਂ ਹੈਗਾ ਕਿ ਉਹ ਕਿਸੇ ਤਰੀਕੇ ਦੀ ਡਿਸਕਸ਼ਨ ਦੇ ਵਿੱਚ ਪਾਰਟੀਸਪੇਟ ਕਰੇ ਜਾਂ ਕੋਈ ਐਜੂਕੇਸ਼ਨ ਲੈ ਸਕੇ। ਲੇਕਿਨ ਜਿਹੜੇ ਰਿਸ਼ੀ ਗੌਤਮ ਸੀਗੇ ਉਹਨਾਂ ਨੇ ਉਹਨੂੰ ਐਜੂਕੇਸ਼ਨ ਦਿੱਤੀ। ਕਿਉਂਕਿ ਉਹ ਉਹਦੀ ਜਿਹੜੀ ਟਰੂਥਫੁਲਨੈਸ ਸੀਗੀ, ਜਿਹੜੀ ਉਹਦੀ ਸੱਚਾਈ ਹੈਗੀ ਆਪਣੀ ਲੋਅਰ ਕਾਸਟ ਨੂੰ ਲੈ ਕੇ ਜਾਂ ਸਮਾਜ ਨੂੰ ਲੈ ਕੇ ਦੁਨੀਆ ਨੂੰ ਲੈ ਕੇ ਉਹ ਤੋਂ ਕਾਫੀ ਜ਼ਿਆਦਾ ਇੰਪ੍ਰੈਸ ਸੀਗੇ ਔਰ ਇਸੇ ਲਈ ਉਹਨਾਂ ਨੇ ਉਹਨੂੰ ਰਿਸ਼ੀ ਗੌਤਮ ਨੇ ਸਤਿਆਕਾਮਾ ਨੂੰ ਜਿਹੜੇ ਸੀਗੇ ਉਹ ਐਜੂਕੇਸ਼ਨ ਦਿੱਤੀ ਔਰ ਇੱਕ ਫਿਲੋਸਫਰ ਬਣ ਸਕਿਆ। ਇਸੇ ਸਟੋਰੀ ਨੂੰ ਰਵਿੰਦਰਨਾਥ ਟੈਗੋਰ ਨੇ ਆਪਣੀ ਪੋਇਮ ਜਿਹੜਾ ਬ੍ਰਾਹਮਣ ਪੋਇਮ ਲਿਖੀ ਉਹਨਾਂ ਨੇ ਉਹਦੇ ਵਿੱਚ ਵੀ ਉਹਨਾਂ ਨੇ ਇਸ ਚੀਜ਼ ਨੂੰ ਡਿਸਕ੍ਰਾਈਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਠੀਕ ਹੈ।
ਨੈਕਸਟ ਹੈ ਬੇਟਾ ਕਿ 4 ਸਟੇਜਸ ਆਫ ਲਾਈਫ। ਉਸ ਟਾਈਮ ਤੇ ਜਿਹੜੀ ਲਾਈਫ ਹੈਗੀ ਉਹਨੂੰ ਕੀ ਮੰਨਿਆ ਜਾਂਦਾ ਹੈਗਾ ਕਿ ਉਹ 4 ਸਟੇਜਸ ਨੇ, ਠੀਕ ਹੈ। 4 ਸਟੇਜਸ ਕਿਵੇਂ ਨੇ? ਜਿੱਦਾਂ ਫਸਟ ਵਾਲੇ ਜਿਹੜੇ 20 ਇਅਰਸ ਮੰਨੇ ਜਾਂਦੇ ਹੈਗੇ, ਇੱਕ ਤੋਂ ਤੁਸੀਂ ਲਗਾ ਸਕਦੇ ਹੋ ਕਿ ਇੱਕ ਫਸਟ ਪਾਰਟ ਆਫ ਜਿਹੜਾ ਲਾਈਫ ਹੈਗਾ ਉਹ ਕੀ ਹੈਗਾ ਕਿ ਉਹਦੇ ਵਿੱਚ ਜਿਹੜਾ ਹੈਗਾ ਇੱਕ ਪਰਸਨ ਜਦੋਂ ਉਹ ਆਪਣੀ ਸੰਭਾਲ ਕਰਨ ਜੋਗਾ ਹੁੰਦਾ ਹੈ, ਦੈਨ ਉਹ ਕੀ ਕਰਦਾ ਹੈ, ਗੁਰੂ ਕੋਲ ਜਾ ਕੇ ਐਜੂਕੇਸ਼ਨ ਲੈਂਦਾ ਹੈਗਾ, ਠੀਕ ਹੈ। ਇੱਕ ਗੁਰੂ ਦੇ ਆਸ਼ਰਮ ਵਿੱਚ ਜਾ ਕੇ ਰਹਿੰਦਾ ਹੈਗਾ ਔਰ ਉੱਥੇ ਆਸ਼ਰਮ ਦੇ ਵਿੱਚ ਰਹਿੰਦਿਆਂ ਆ ਉੱਥੇ ਗੁਰੂ ਕੋਲ ਐਜੂਕੇਸ਼ਨ ਲੈਂਦਾ ਹੈਗਾ, ਜਿਹਨੂੰ ਕਿ ਫਸਟ ਸਟੇਜ ਆਫ ਲਾਈਫ ਕਿਹਾ ਜਾਂਦਾ ਹੈ। ਦੂਜੀ ਸਟੇਜ ਕੀ ਹੈਗੀ? ਬ੍ਰਹਮਚਾਰਿਆ, ਠੀਕ ਹੈ। ਦੂਜੀ ਸਟੇਜ ਬ੍ਰਹਮਚਾਰਿਆ ਦੇ ਵਿੱਚ ਵੀ ਜਾ ਕੇ ਉਹ ਕੀ ਕਰਦਾ ਹੈ ਕਿ ਜਿਹੜੀਆਂ 4 ਸਟੇਜਸ ਨੇ ਇਹਨਾਂ ਨੂੰ ਆਸ਼ਰਮ ਕਿਹਾ ਜਾਂਦਾ ਹੈਗਾ। ਪਹਿਲਾ ਆਸ਼ਰਮ ਕੀ ਹੈਗਾ? ਬ੍ਰਹਮਚਾਰਿਆ, ਠੀਕ ਹੈ, ਜਿਹਦੇ ਵਿੱਚ ਉਹ ਗੁਰੂ ਕੋਲ ਜਾ ਕੇ ਸਿੱਖਿਆ ਲੈਂਦਾ ਹੈਗਾ। ਦੂਜੀ ਜਿਹੜੀ ਸਟੇਜ ਹੈਗੀ ਦੈਟ ਵਾਜ਼ ਗ੍ਰਹਿਸਥਾ, ਠੀਕ ਹੈ, ਫੈਮਿਲੀ ਲਾਈਫ। ਦੂਜੀ ਸਟੇਜ ਵਿੱਚ ਜਦੋਂ ਗੁਰੂ ਕੋਲ ਐਜੂਕੇਸ਼ਨ ਲੈ ਲਈ ਉਹਨੇ, ਦੈਨ ਫਿਰ ਕੀ ਕਰਦਾ ਹੈਗਾ ਕਿ ਉਹ ਆਪਣੀ ਗ੍ਰਹਿਸਥੀ ਜਿਹੜੀ ਹੈਗੀ ਉਹ ਵਸਾਉਂਦਾ ਹੈ, ਯਾਨੀ ਕਿ ਉਹ ਆਪਣੀ ਵਿਆਹ ਕਰਵਾਉਂਦਾ ਹੈਗਾ ਔਰ ਆਪਣੀ ਫੈਮਿਲੀ ਬਣਾਉਂਦਾ ਹੈਗਾ। ਤੀਜੀ ਜਿਹੜੀ ਸਟੇਜ ਹੈਗੀ ਵਾਨਪ੍ਰਸਥਾ ਹੈਗੀ। ਜਦੋਂ ਉਹਦੇ ਬੱਚੇ ਵੱਡੇ ਹੋ ਜਾਂਦੇ ਦੈਨ ਉਹ ਕੀ ਕਰਦਾ ਹੈਗਾ ਕਿ ਆਪਣਾ ਜਿਹੜਾ ਘਰ-ਬਾਰ ਛੱਡ ਕੇ ਜੰਗਲ ਵਿੱਚ ਚਲਾ ਜਾਂਦਾ ਹੈਗਾ ਔਰ ਰਿਟਾਇਰਮੈਂਟ ਟੂ ਦਾ ਫੋਰੈਸਟ ਟੂ ਮੈਡੀਟੇਸ਼ਨ, ਮੈਡੀਟੇਟ ਕਰਨ ਦੇ ਲਈ, ਭਗਤੀ ਕਰਨ ਦੇ ਲਈ ਉਹ ਜੰਗਲਾਂ ਵਿੱਚ ਚਲਾ ਜਾਂਦਾ ਹੈਗਾ। ਔਰ ਆਖਰੀ ਜਿਹੜੀ ਸਟੇਜ ਦੱਸੀ ਹੋਈ, ਆਖਰੀ ਆਸ਼ਰਮ ਜਿਹੜਾ ਦੱਸਿਆ ਹੋਇਆ ਇਹਨਾਂ ਨੇ ਜ਼ਿੰਦਗੀ ਦਾ, ਦੈਟ ਇਜ਼ ਸੰਨਿਆਸਾ, ਗਿਵਿੰਗ ਅਪ ਐਵਰੀਥਿੰਗ, ਯਾਨੀ ਕਿ ਉਹਨੇ ਸਭ ਕੁਝ ਹੀ ਛੱਡ ਦਿੱਤਾ ਹੈ ਪਰਸਨ ਨੇ ਔਰ ਸਿਰਫ ਉਹ ਆਪਣਾ ਇੱਕ ਸਿੰਪਲ ਜ਼ਿੰਦਗੀ ਜਿਉਂਦਾ ਪਿਆ ਹੈ, ਪਰਮਾਤਮਾ ਦਾ ਨਾਮ ਲੈਂਦਾ ਹੈ ਔਰ ਸਾਰੇ ਦੇ ਸਾਰੇ ਜਿਹੜੇ ਬਾਕੀ ਉਹਨੇ ਜਿਹੜੇ ਸੰਸਾਰਿਕ ਕੰਮ ਨੇ ਉਹਨੇ ਛੱਡ ਦਿੱਤੇ ਨੇ। ਸੋ ਇਸ ਤਰੀਕੇ ਦੇ ਨਾਲ ਇਹ 4 ਪਾਰਟਸ ਵਿੱਚ ਇੱਕ ਪਰਸਨ ਦੀ ਲਾਈਫ ਨੂੰ ਡਿਵਾਈਡ ਕਰਕੇ ਉਹਨੂੰ ਇਸ ਤਰੀਕੇ ਨਾਲ ਜਿਹੜਾ ਹੈ ਲਾਈਫ ਸਪੈਂਡ ਕਰਨ ਦੇ ਲਈ ਇੱਕ ਜਿਹੜਾ ਮੋਟੀਵੇਟ ਕੀਤਾ ਜਾਂਦਾ ਹੈਗਾ। ਹਾਲਾਂਕਿ ਇਹ ਸਭ ਲਈ ਰਿਜਿਡ ਨਹੀਂ ਹੈਗਾ ਕਿ ਹਰ ਇੱਕ ਪਰਸਨ ਨੇ ਪਹਿਲਾਂ ਜਾ ਕੇ ਤੇ ਬ੍ਰਹਮਚਾਰੀ ਜੀਵਨ ਬਤੀਤ ਕਰਨਾ ਹੀ ਕਰਨਾ, ਉਹਨੇ ਗੁਰੂ ਕੋਲ ਸਿੱਖਿਆ ਲੈਣੀ ਹੈ, ਠੀਕ ਹੈ। ਕਈ ਤਰ੍ਹਾਂ ਦੀਆਂ ਲਿਮਿਟੇਸ਼ਨਸ ਵੀ ਇਹਦੇ ਵਿੱਚ ਅਵੇਲੇਬਲ ਸੀਗੀਆਂ। ਨੈਕਸਟ ਬੇਟਾ ਆਪਾਂ ਅਗਲੀ ਵੀਡੀਓ ਪੜਾਂਗੇ ਬੁੱਧੀਜ਼ਮ। ਥੈਂਕ ਯੂ।